ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ETT ਪੇਪਰ 2 ਤੇ। ਅੱਜ ਮੈਂ ਤੁਹਾਡੇ ਲਈ SST ਦੇ ਟੌਪਿਕ ਧਰਾਤਲ ਦੇ ਭਾਗ ਤੀਜਾ ਦੇ MCQ ਲੈ ਕੇ ਹਾਜ਼ਰ ਹੋਇਆ ਹਾਂ। ਇਸ ਟੌਪਿਕ ਦੇ ਭਾਗ ਪਹਿਲਾ, ਦੂਜਾ ਅਤੇ ਤੀਜਾ ਵਿੱਚ ਕੁੱਲ 106 MCQ ਹਨ ਜੋ ਧਰਾਤਲ ਚੈਪਟਰ ਨੂੰ ਪੂਰੀ ਤਰ੍ਹਾਂ ਨਾਲ ਕਵਰ ਕਰਦੇ ਹਨ। ਇਹਨਾਂ ਤੋਂ ਬਾਹਰ ਇੱਕ ਵੀ ਪ੍ਰਸ਼ਨ ਨਹੀਂ ਆ ਸਕਦਾ। ਭਾਗ ਪਹਿਲਾ ਅਤੇ ਦੂਜਾ ਨੂੰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ। ਆਓ ਸ਼ੁਰੂ ਕਰਦੇ ਹਾਂ ਪ੍ਰਸ਼ਨ ਨੰਬਰ 77 ਤੋਂ। ਦੰਡ ਕਰਿਆਨਾ ਛੱਤੀਸਗੜ੍ਹ ਖੇਤਰ ਦਾ ਕੁੱਲ ਖੇਤਰਫਲ ਕਿੰਨਾ ਹੈ? 1.75 ਲੱਖ ਵਰਗ ਕਿਲੋਮੀਟਰ, 73,000 ਵਰਗ ਕਿਲੋਮੀਟਰ, 35,000 ਵਰਗ ਕਿਲੋਮੀਟਰ, 1.20 ਲੱਖ ਵਰਗ ਕਿਲੋਮੀਟਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, 73,000 ਵਰਗ ਕਿਲੋਮੀਟਰ। ਦੰਡ ਕਰਿਆਨਾ ਛੱਤੀਸਗੜ੍ਹ ਦਾ ਕੁੱਲ ਖੇਤਰਫਲ ਕਿੰਨਾ ਹੈ? 73,000 ਵਰਗ ਕਿਲੋਮੀਟਰ। ਅਗਲਾ ਪ੍ਰਸ਼ਨ, ਪੱਛਮੀ ਘਾਟ ਕਿਹੜੀ ਨਦੀ ਤੋਂ ਸ਼ੁਰੂ ਹੁੰਦਾ ਹੈ? ਤਾਪਤੀ ਨਦੀ, ਮਹਾਨਦੀ, ਗੋਦਾਵਰੀ ਨਦੀ, ਕ੍ਰਿਸ਼ਨਾ ਨਦੀ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, ਤਾਪਤੀ ਨਦੀ। ਪੱਛਮੀ ਘਾਟ ਤਾਪਤੀ ਨਦੀ ਤੋਂ ਸ਼ੁਰੂ ਹੁੰਦਾ ਹੈ। ਅਗਲਾ ਪ੍ਰਸ਼ਨ, ਪੱਛਮੀ ਘਾਟ ਦੀ ਲੰਬਾਈ ਕਿੰਨੀ ਹੈ? ਆਪਸ਼ਨਸ ਹਨ 900 ਕਿਲੋਮੀਟਰ, 1900 ਕਿਲੋਮੀਟਰ, 1600 ਕਿਲੋਮੀਟਰ, 1300 ਕਿਲੋਮੀਟਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, 1600 ਕਿਲੋਮੀਟਰ। ਪੱਛਮੀ ਘਾਟ ਦੀ ਕੁੱਲ ਲੰਬਾਈ 1600 ਕਿਲੋਮੀਟਰ ਹੈ। ਅਗਲਾ ਪ੍ਰਸ਼ਨ, ਪੱਛਮੀ ਘਾਟ ਵਿੱਚ ਕਿਹੜਾ ਦਰਾ ਮਿਲਦਾ ਹੈ? ਥਾਲ ਘਾਟ, ਭੌਰ ਘਾਟ, ਪਾਲ ਘਾਟ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਦੋਸਤੋ ਆਪਸ਼ਨ ਡੀ, ਉਪਰੋਕਤ ਸਾਰੇ। ਪੱਛਮੀ ਘਾਟ ਵਿੱਚ ਥਾਲ ਘਾਟ, ਭੌਰ ਘਾਟ, ਪਾਲ ਘਾਟ ਨਾਂ ਦੇ ਦਰੇ ਮਿਲਦੇ ਹਨ। ਅਗਲਾ ਪ੍ਰਸ਼ਨ ਹੈ, ਪੱਛਮੀ ਘਾਟ ਦੀ ਔਸਤ ਉਚਾਈ ਕਿੰਨੀ ਹੈ? ਆਪਸ਼ਨਸ ਹਨ 1200 ਮੀਟਰ, 1380 ਮੀਟਰ, 1581 ਮੀਟਰ, 870 ਮੀਟਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, 1200 ਮੀਟਰ। ਪੱਛਮੀ ਘਾਟ ਦੀ ਔਸਤ ਉਚਾਈ 1200 ਮੀਟਰ ਹੈ। ਅਗਲਾ ਪ੍ਰਸ਼ਨ, ਪੂਰਬੀ ਘਾਟ ਵਿੱਚ ਕਿਹੜੀ ਨਦੀ ਵਹਿੰਦੀ ਹੈ? ਮਹਾਨਦੀ, ਗੋਦਾਵਰੀ ਨਦੀ, ਕ੍ਰਿਸ਼ਨਾ ਨਦੀ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਉਪਰੋਕਤ ਸਾਰੇ। ਪੂਰਬੀ ਘਾਟ ਵਿੱਚ ਇਹ ਨਦੀਆਂ ਵਹਿੰਦੀਆਂ ਹਨ, ਮਹਾਨਦੀ, ਗੋਦਾਵਰੀ ਨਦੀ ਅਤੇ ਕ੍ਰਿਸ਼ਨਾ ਨਦੀ। ਅਗਲਾ ਪ੍ਰਸ਼ਨ ਹੈ, ਪੂਰਬੀ ਘਾਟ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਹੈ? ਆਪਸ਼ਨਸ ਹਨ 2, 4, 3, 5। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, 3 ਭਾਗਾਂ ਵਿੱਚ। ਪੂਰਬੀ ਘਾਟ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ, ਉੱਤਰ, ਮੱਧ ਅਤੇ ਦੱਖਣ। ਅਗਲਾ ਪ੍ਰਸ਼ਨ, ਪੂਰਬੀ ਘਾਟ ਦੇ ਉੱਤਰੀ ਖੇਤਰ ਦੀਆਂ ਪਹਾੜੀਆਂ ਵਿੱਚ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਆਪਸ਼ਨਸ ਹਨ ਮਹਿੰਦਰਾਗਿਰੀ, ਦੋਦਾ ਬੇਟਾ, ਵਾਨਲਾ ਮਾਲਾ, ਜਵੱਦੀ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, ਮਹਿੰਦਰਾਗਿਰੀ। ਪੂਰਬੀ ਘਾਟ ਦੇ ਉੱਤਰੀ ਖੇਤਰ ਦੀ ਜੋ ਪਹਾੜੀ ਹੈ, ਸਭ ਤੋਂ ਉੱਚੀ ਚੋਟੀ ਹੈ ਜੋ, ਉਹ ਹੈ ਮਹਿੰਦਰਾਗਿਰੀ। ਇਸ ਦੀ ਉਚਾਈ 1500 ਮੀਟਰ ਹੈ। ਅਗਲਾ ਪ੍ਰਸ਼ਨ ਹੈ, ਦੱਖਣੀ ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਆਪਸ਼ਨਸ ਹਨ ਦੋਦਾ ਬੇਟਾ, ਅਨਾਇਮੁਦੀ, ਅਗਾਸਤਾ ਮਲਾਈ, ਮਕਰੂਤੀ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, ਅਨਾਇਮੁਦੀ। ਦੱਖਣੀ ਭਾਰਤ ਦੀ ਸਭ ਤੋਂ ਉੱਚੀ ਚੋਟੀ ਹੈ ਅਨਾਇਮੁਦੀ। ਇਸ ਦੀ ਉਚਾਈ ਹੈ 2695 ਮੀਟਰ। ਅਗਲਾ ਪ੍ਰਸ਼ਨ ਹੈ, ਨੀਲਗਿਰੀ ਦੀਆਂ ਪਹਾੜੀਆਂ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਦੋਦਾ ਬੇਟਾ, ਮਕਰੂਤੀ, ਨੰਦਾ ਦੇਵੀ, ਕਾਲ ਸੁਬਾਏ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, ਦੋਦਾ ਬੇਟਾ। ਨੀਲਗਿਰੀ ਦੀਆਂ ਪਹਾੜੀਆਂ ਦੀ ਸਭ ਤੋਂ ਉੱਚੀ ਚੋਟੀ ਦੋਦਾ ਬੇਟਾ ਹੈ, ਜਿਸ ਦੀ ਉਚਾਈ 2637 ਮੀਟਰ ਹੈ। ਅਗਲਾ ਪ੍ਰਸ਼ਨ, ਪੱਛਮੀ ਤੱਟ ਦੇ ਮੈਦਾਨਾਂ ਦੀ ਲੰਬਾਈ ਕਿੰਨੀ ਹੈ? 1100 ਕਿਲੋਮੀਟਰ, 1900 ਕਿਲੋਮੀਟਰ, 1500 ਕਿਲੋਮੀਟਰ, 1380 ਕਿਲੋਮੀਟਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, 1500 ਕਿਲੋਮੀਟਰ। ਪੱਛਮੀ ਤੱਟ ਦੇ ਮੈਦਾਨਾਂ ਦੀ ਲੰਬਾਈ 1500 ਕਿਲੋਮੀਟਰ ਹੈ। ਅਗਲਾ ਪ੍ਰਸ਼ਨ, ਪੱਛਮੀ ਤੱਟ ਦੇ ਮੈਦਾਨਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਆਪਸ਼ਨਸ ਹਨ 2, 3, 4, 5। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, 4। ਪੱਛਮੀ ਤੱਟ ਦੇ ਮੈਦਾਨਾਂ ਨੂੰ 4 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਉਹ ਹਨ ਗੁਜਰਾਤ ਦਾ ਤੱਟਵਰਤੀ ਮੈਦਾਨ, ਕੋਂਕਣ ਤੱਟਵਰਤੀ ਮੈਦਾਨ, ਮਾਲਾਬਾਰ ਤੱਟ ਦਾ ਮੈਦਾਨ ਅਤੇ ਕੇਰਲ ਦਾ ਤੱਟਵਰਤੀ ਮੈਦਾਨ। ਅਗਲਾ ਪ੍ਰਸ਼ਨ, ਕੋਂਕਣ ਤੱਟਵਰਤੀ ਮੈਦਾਨ ਕਿੱਥੋਂ ਤੋਂ ਕਿੱਥੋਂ ਤੱਕ ਫੈਲਿਆ ਹੋਇਆ ਹੈ? ਆਪਸ਼ਨਸ ਹਨ ਮੰਗਲੌਰ ਤੋਂ ਕੰਨਿਆ ਕੁਮਾਰੀ ਤੱਕ, ਦਮਨ ਤੋਂ ਗੋਆ ਤੱਕ,
ਗੋਆ ਤੋਂ ਮੰਗਲੌਰ ਤੱਕ, ਇਹਨਾਂ ਵਿੱਚੋਂ ਕੋਈ ਨਹੀਂ। ਇਹਦਾ ਸਹੀ ਉੱਤਰ ਹੈ ਆਪਸ਼ਨ ਬੀ, ਦਮਨ ਤੋਂ ਗੋਆ ਤੱਕ। ਕੋਂਕਣ ਤੱਟਵਰਤੀ ਮੈਦਾਨ ਦਮਨ ਤੋਂ ਗੋਆ ਤੱਕ ਫੈਲਿਆ ਹੋਇਆ ਹੈ। ਅਗਲਾ ਪ੍ਰਸ਼ਨ, ਗੁਜਰਾਤ ਦੇ ਤੱਟਵਰਤੀ ਮੈਦਾਨ ਦੀ ਲੰਬਾਈ ਕਿੰਨੀ ਹੈ? ਆਪਸ਼ਨਸ ਹਨ 200 ਕਿਲੋਮੀਟਰ, 300 ਕਿਲੋਮੀਟਰ, 250 ਕਿਲੋਮੀਟਰ, 400 ਕਿਲੋਮੀਟਰ। ਇਸਦਾ ਸਹੀ ਉੱਤਰ ਹੈ ਆਪਸ਼ਨ ਡੀ, 400 ਕਿਲੋਮੀਟਰ। ਗੁਜਰਾਤ ਦੇ ਤੱਟਵਰਤੀ ਮੈਦਾਨ ਦੀ ਕੁੱਲ ਲੰਬਾਈ 400 ਕਿਲੋਮੀਟਰ ਹੈ। ਅਗਲਾ ਪ੍ਰਸ਼ਨ, ਥਾਣਾ ਦੀ ਤੰਗ ਘਾਟੀ ਕਿਹੜੇ ਤੱਟਵਰਤੀ ਮੈਦਾਨ ਵਿੱਚ ਹੈ? ਆਪਸ਼ਨਸ ਹਨ ਗੁਜਰਾਤ ਦਾ ਤੱਟਵਰਤੀ ਮੈਦਾਨ, ਕੋਂਕਣ ਤੱਟਵਰਤੀ ਮੈਦਾਨ, ਕੇਰਲ ਦਾ ਤੱਟਵਰਤੀ ਮੈਦਾਨ, ਮਾਲਾਬਾਰ ਤੱਟ ਦਾ ਮੈਦਾਨ। ਇਹਦਾ ਸਹੀ ਉੱਤਰ ਹੈ ਆਪਸ਼ਨ ਬੀ, ਕੋਂਕਣ ਤੱਟਵਰਤੀ ਮੈਦਾਨ। ਥਾਣਾ ਦੀ ਤੰਗ ਘਾਟੀ ਕੋਂਕਣ ਤੱਟਵਰਤੀ ਮੈਦਾਨ ਵਿੱਚ ਹੈ। ਅਗਲਾ ਪ੍ਰਸ਼ਨ, ਵੇਤਰਨਾ ਅਤੇ ਉਲਹਾਮ ਨਦੀ ਘਾਟੀਆਂ ਕਿਹੜੇ ਤੱਟਵਰਤੀ ਮੈਦਾਨ ਵਿੱਚ ਹਨ? ਆਪਸ਼ਨਸ ਹਨ ਕੇਰਲ ਦਾ ਤੱਟਵਰਤੀ ਮੈਦਾਨ, ਗੁਜਰਾਤ ਦਾ ਤੱਟਵਰਤੀ ਮੈਦਾਨ, ਮਾਲਾਬਾਰ ਤੱਟ ਦਾ ਮੈਦਾਨ, ਕੋਂਕਣ ਤੱਟਵਰਤੀ ਮੈਦਾਨ। ਇਹਦਾ ਸਹੀ ਉੱਤਰ ਹੈ ਆਪਸ਼ਨ ਡੀ, ਕੋਂਕਣ ਤੱਟਵਰਤੀ ਮੈਦਾਨ। ਵੇਤਰਨਾ ਅਤੇ ਉਲਹਾਮ ਨਦੀ ਘਾਟੀਆਂ ਕੋਂਕਣ ਤੱਟਵਰਤੀ ਮੈਦਾਨ ਵਿੱਚ ਹਨ। ਅਗਲਾ ਪ੍ਰਸ਼ਨ, ਮਾਲਾਬਾਰ ਤੱਟ ਦਾ ਮੈਦਾਨ ਕਿੱਥੋਂ ਤੋਂ ਕਿੱਥੇ ਤੱਕ ਫੈਲਿਆ ਹੋਇਆ ਹੈ? ਆਪਸ਼ਨਸ ਹਨ ਗੋਆ ਤੋਂ ਮੰਗਲੌਰ ਤੱਕ, ਮੰਗਲੌਰ ਤੋਂ ਕੰਨਿਆ ਕੁਮਾਰੀ ਤੱਕ, ਦਮਨ ਤੋਂ ਗੋਆ ਤੱਕ, ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਉੱਤਰ ਹੈ ਆਪਸ਼ਨ ਏ, ਗੋਆ ਤੋਂ ਮੰਗਲੌਰ ਤੱਕ। ਮਾਲਾਬਾਰ ਤੱਟ ਦਾ ਮੈਦਾਨ ਗੋਆ ਤੋਂ ਮੰਗਲੌਰ ਤੱਕ ਫੈਲਿਆ ਹੋਇਆ ਹੈ। ਅਗਲਾ ਪ੍ਰਸ਼ਨ, ਕਰਨਾਟਕਾ ਦੇ ਤੱਟਵਰਤੀ ਮੈਦਾਨ ਦਾ ਹੋਰ ਨਾਂ ਕਿਹੜਾ ਹੈ? ਕੇਰਲ ਦਾ ਤੱਟਵਰਤੀ ਮੈਦਾਨ, ਕੋਂਕਣ ਤੱਟਵਰਤੀ ਮੈਦਾਨ, ਗੁਜਰਾਤ ਦਾ ਤੱਟਵਰਤੀ ਮੈਦਾਨ, ਮਾਲਾਬਾਰ ਤੱਟ ਦਾ ਮੈਦਾਨ। ਇਹਦਾ ਸਹੀ ਉੱਤਰ ਹੈ ਆਪਸ਼ਨ ਡੀ, ਮਾਲਾਬਾਰ ਤੱਟ ਦਾ ਮੈਦਾਨ। ਕਰਨਾਟਕਾ ਦੇ ਤੱਟਵਰਤੀ ਮੈਦਾਨ ਨੂੰ ਮਾਲਾਬਾਰ ਤੱਟ ਦਾ ਮੈਦਾਨ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਕੇਰਲ ਦੇ ਤੱਟਵਰਤੀ ਮੈਦਾਨ ਦੀ ਲੰਬਾਈ ਕਿੰਨੀ ਹੈ? ਆਪਸ਼ਨਸ ਹਨ 100 ਕਿਲੋਮੀਟਰ, 400 ਕਿਲੋਮੀਟਰ, 500 ਕਿਲੋਮੀਟਰ, 1500 ਕਿਲੋਮੀਟਰ। ਇਸਦਾ ਸਹੀ ਉੱਤਰ ਹੈ ਆਪਸ਼ਨ ਸੀ, 500 ਕਿਲੋਮੀਟਰ। ਕੇਰਲ ਦੇ ਤੱਟਵਰਤੀ ਮੈਦਾਨ ਦੀ ਲੰਬਾਈ 500 ਕਿਲੋਮੀਟਰ ਹੈ। ਅਗਲਾ ਪ੍ਰਸ਼ਨ, ਪੂਰਬੀ ਤੱਟ ਦੇ ਮੈਦਾਨ ਦੀ ਲੰਬਾਈ ਕਿੰਨੀ ਹੈ? ਆਪਸ਼ਨਸ ਹਨ 2000 ਕਿਲੋਮੀਟਰ, 900 ਕਿਲੋਮੀਟਰ, 1500 ਕਿਲੋਮੀਟਰ, 1700 ਕਿਲੋਮੀਟਰ। ਇਸਦਾ ਸਹੀ ਉੱਤਰ ਹੈ ਆਪਸ਼ਨ ਏ, 2000 ਕਿਲੋਮੀਟਰ। ਪੂਰਬੀ ਤੱਟ ਦੇ ਮੈਦਾਨ ਦੀ ਕੁੱਲ ਲੰਬਾਈ 2000 ਕਿਲੋਮੀਟਰ ਹੈ। ਅਗਲਾ ਪ੍ਰਸ਼ਨ, ਕਿਹੜੇ ਮੈਦਾਨ ਨੂੰ ਗੋਲਕੁੰਡਾ, ਉੱਤਰੀ ਸਰਕਾਰ ਅਤੇ ਕੋਕੂਨਾਦਾ ਦੇ ਤੱਟਵਰਤੀ ਮੈਦਾਨ ਵੀ ਕਿਹਾ ਜਾਂਦਾ ਹੈ? ਆਪਸ਼ਨਸ ਹਨ ਪੱਛਮੀ ਤੱਟ ਦੇ ਮੈਦਾਨ, ਉੱਤਰੀ ਤੱਟਵਰਤੀ ਮੈਦਾਨ, ਦੱਖਣੀ ਤੱਟਵਰਤੀ ਮੈਦਾਨ, ਉਪਰੋਕਤ ਸਾਰੇ। ਇਹਦਾ ਸਹੀ ਉੱਤਰ ਹੈ ਆਪਸ਼ਨ ਬੀ, ਉੱਤਰੀ ਤੱਟਵਰਤੀ ਮੈਦਾਨ। ਕਿਹੜੇ ਮੈਦਾਨ ਨੂੰ ਗੋਲਕੁੰਡਾ, ਉੱਤਰੀ ਸਰਕਾਰ ਅਤੇ ਕੋਕੂਨਾਦਾ ਦੇ ਤੱਟਵਰਤੀ ਮੈਦਾਨ ਵੀ ਕਿਹਾ ਜਾਂਦਾ ਹੈ? ਉਹ ਹਨ ਉੱਤਰੀ ਤੱਟਵਰਤੀ ਮੈਦਾਨ। ਇਹ ਪੂਰਬ ਤੱਟ ਦੇ ਹਨ। ਅਗਲਾ ਪ੍ਰਸ਼ਨ ਹੈ, ਚਿਲਕਾ ਝੀਲ ਦੀ ਕਿੰਨੀ ਲੰਬਾਈ ਹੈ? 90 ਕਿਲੋਮੀਟਰ, 70 ਕਿਲੋਮੀਟਰ, 110 ਕਿਲੋਮੀਟਰ, 40 ਕਿਲੋਮੀਟਰ। ਇਸਦਾ ਸਹੀ ਉੱਤਰ ਹੈ ਆਪਸ਼ਨ ਬੀ, 70 ਕਿਲੋਮੀਟਰ। ਚਿਲਕਾ ਝੀਲ ਦੀ ਕੁੱਲ ਲੰਬਾਈ 70 ਕਿਲੋਮੀਟਰ ਹੈ। ਅਗਲਾ ਪ੍ਰਸ਼ਨ, ਪੂਰਬੀ ਤੱਟਵਰਤੀ ਮੈਦਾਨਾਂ ਦੇ ਉਪ ਭਾਗ ਦੱਖਣੀ ਤੱਟਵਰਤੀ ਮੈਦਾਨ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਆਪਸ਼ਨਸ ਹਨ ਕੋਰੋਮੰਡਲ ਤੱਟ, ਮਾਲਾਬਾਰ ਤੱਟ, ਕੋਂਕਣ ਤੱਟ, ਇਹਨਾਂ ਵਿੱਚੋਂ ਕੋਈ ਨਹੀਂ। ਇਸਦਾ ਸਹੀ ਉੱਤਰ ਹੈ ਆਪਸ਼ਨ ਏ, ਕੋਰੋਮੰਡਲ ਤੱਟ। ਅਗਲਾ ਪ੍ਰਸ਼ਨ, ਭਾਰਤ ਦੇ ਟਾਪੂਆਂ ਦੀ ਕੁੱਲ ਸੰਖਿਆ ਕਿੰਨੀ ਹੈ? 321, 120, 250, 421। ਇਸਦਾ ਸਹੀ ਉੱਤਰ ਹੈ ਆਪਸ਼ਨ ਸੀ, 250। ਭਾਰਤ ਦੇ ਟਾਪੂਆਂ ਦੀ ਕੁੱਲ ਸੰਖਿਆ 250 ਹੈ ਅਤੇ ਭਾਰਤ ਦੇ ਟਾਪੂਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਤੱਟ ਤੋਂ ਦੂਰ ਦੇ ਦੀਪ ਅਤੇ ਤੱਟ ਤੋਂ ਨੇੜਲੇ ਦੀਪ। ਅਗਲਾ ਪ੍ਰਸ਼ਨ, ਤੱਟ ਤੋਂ ਦੂਰ ਦੇ ਟਾਪੂਆਂ ਦੀ ਕੁੱਲ ਸੰਖਿਆ ਕਿੰਨੀ ਹੈ? ਆਪਸ਼ਨਸ ਹਨ 250, 290, 120, 230। ਇਸਦਾ ਸਹੀ ਉੱਤਰ ਹੈ ਆਪਸ਼ਨ ਡੀ, 230।
ਤੱਟ ਤੋਂ ਦੂਰ ਦੇ ਟਾਪੂਆਂ ਦੀ ਕੁੱਲ ਸੰਖਿਆ 230 ਹੈ। ਅੱਗੇ ਤੱਟ ਤੋਂ ਦੂਰ ਦੇ ਟਾਪੂਆਂ ਨੂੰ ਵੀ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਅਰਬ ਸਾਗਰ ਦੇ ਦੀਪ ਸਮੂਹ ਅਤੇ ਬੰਗਾਲ ਦੀ ਖਾੜੀ ਦੇ ਦੀਪ ਸਮੂਹ। ਅਗਲਾ ਪ੍ਰਸ਼ਨ, ਅਰਬ ਸਾਗਰ ਦੇ ਦੀਪ ਸਮੂਹ ਜਾਂ ਲਕਸ਼ਦੀਪ ਸਮੂਹ ਵਿੱਚ ਕੁੱਲ ਕਿੰਨੇ ਟਾਪੂ ਹਨ? ਆਪਸ਼ਨਸ ਹਨ 18, 52, 120, 25। ਇਹਦਾ ਸਹੀ ਉੱਤਰ ਹੈ ਆਪਸ਼ਨ ਡੀ 25। ਅਰਬ ਸਾਗਰ ਦੇ ਦੀਪ ਸਮੂਹ ਜਾਂ ਲਕਸ਼ਦੀਪ ਸਮੂਹ ਵਿੱਚ ਕੁੱਲ 25 ਟਾਪੂ ਹਨ। ਦੋਸਤੋ, ਅਰਬ ਸਾਗਰ ਦੇ ਦੀਪ ਸਮੂਹ ਦੇ 3 ਵੱਡੇ ਹਿੱਸੇ ਹਨ, ਜਿਵੇਂ ਕਿ ਅਮੀਨਦੀਵੀ, ਲਕਾਦੀਪ ਅਤੇ ਮਿਨੀਕੋਏ। ਅਗਲਾ ਪ੍ਰਸ਼ਨ, ਬੰਗਾਲ ਦੀ ਖਾੜੀ ਦੇ ਦੀਪ ਸਮੂਹ ਵਿੱਚ ਕਿੰਨੇ ਦੀਪ ਹਨ? ਆਪਸ਼ਨਸ ਹਨ 200, 150, 120, 180। ਇਸਦਾ ਸਹੀ ਉੱਤਰ ਹੈ ਆਪਸ਼ਨ ਏ 200। ਬੰਗਾਲ ਦੀ ਖਾੜੀ ਦੇ ਦੀਪ ਸਮੂਹ ਦੀ ਕੁੱਲ ਗਿਣਤੀ ਕਿੰਨੀ ਹੈ? 200। ਬੰਗਾਲ ਦੀ ਖਾੜੀ ਦੇ ਦੀਪ ਸਮੂਹ ਵਿੱਚ ਕੁੱਲ ਦੀਪ 200 ਹਨ। ਅਗਲਾ ਪ੍ਰਸ਼ਨ, ਅੰਡੇਮਾਨ ਦੀਪ ਸਮੂਹ ਵਿੱਚ ਕੁੱਲ ਕਿੰਨੇ ਦੀਪ ਹਨ? ਆਪਸ਼ਨਸ ਹਨ 200, 120, 320, 145। ਇਸਦਾ ਸਹੀ ਉੱਤਰ ਹੈ ਆਪਸ਼ਨ ਬੀ 120। ਅੰਡੇਮਾਨ ਦੀਪ ਸਮੂਹ ਵਿੱਚ ਕੁੱਲ 120 ਦੀਪ ਹਨ। ਅਗਲਾ ਪ੍ਰਸ਼ਨ, ਨਿਕੋਬਾਰ ਗਰੁੱਪ ਵਿੱਚ ਕੁੱਲ ਕਿੰਨੇ ਦੀਪ ਹਨ? ਆਪਸ਼ਨਸ ਹਨ 25, 18, 43, 9। ਇਸਦਾ ਸਹੀ ਉੱਤਰ ਹੈ ਆਪਸ਼ਨ ਬੀ 18। ਨਿਕੋਬਾਰ ਗਰੁੱਪ ਵਿੱਚ ਕੁੱਲ 18 ਦੀਪ ਹਨ। ਅਗਲਾ ਪ੍ਰਸ਼ਨ, ਹਿਮਾਲਿਆ ਦੇ ਨਾਲ ਲੱਗਦੇ ਉੱਤਰੀ ਵਿਸ਼ਾਲ ਮੈਦਾਨ ਦੇਸ਼ ਦੀ ਕਿੰਨੇ ਪ੍ਰਤੀਸ਼ਤ ਵਸੋਂ ਸੰਭਾਲਦੇ ਹਨ? ਆਪਸ਼ਨਸ ਹਨ 60%, 18%, 40%, 27%। ਇਸਦਾ ਸਹੀ ਉੱਤਰ ਹੈ ਆਪਸ਼ਨ ਸੀ 40%। ਹਿਮਾਲਿਆ ਦੇ ਨਾਲ ਲੱਗਦੇ ਉੱਤਰੀ ਵਿਸ਼ਾਲ ਮੈਦਾਨ ਦੇਸ਼ ਦੀ 40% ਵਸੋਂ ਸੰਭਾਲਦੇ ਹਨ। ਇਸ ਦੇ ਨਾਲ ਹੀ ਇਹ ਵੀਡੀਓ ਸਮਾਪਤ ਹੁੰਦੀ ਹੈ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ, ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੇਕਰ ਤੁਸੀਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ। ਧੰਨਵਾਦ।